वाहिगुरू जी का खालसा वाहिगुरू जी की फतेह। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद वाहिगुरू 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 जी का खालसा वाहिगुरू जी की। अच्छा गुरमुख प्यारिओ, अज आपां जो जप बाणी है ਉਹਦਾ पौड़ी नंबर 5 और 6 की संथ्या करांगे। पहलियां 4 पौड़ियां की आप संथ्या कर चुके हैं। तो सारी संगत नूं और होर सारे जो वीडियो वेख रहे हैं सारिਆਂ ਨੂੰ बेनती है कि ये वीडियो नूं शुरू तो लैके आखिर तक वेखो, वेख के उन्हें समझो, समझ के पसंद आउंदी है तो लाइक करो, लाइक करके होर भी आप सारिਆਂ ਦੇ ਨਾਲ शेयर करो ताकि गुरबाणी का चानन है घर घर तक पहुँच सके। वाहिगुरू जी का खालसा वाहिगुरू जी की फतेह। चलो हुण आपां पौड़ी नंबर 5 आप कढ़ ली। उवें ही है, पहला मैं सारी पौड़ी पढ़ के सुनाऊंगा। थाप्या ना जाए कीता ना होए आपे आप निरंजन सोए जिन सेविया तिन पाया मान नानक गाविया गुणी निधान गाविया सुनिया मन रखिया भाओ दुख पर हर सुख घर लै जाए गुरमुख नादं गुरमुख वेदं गुरमुख रहा समाई गुर ईसर गुर गोरख ब्रह्मा गुर पार्वती माई जे हों जाना आखा नाही कहना कथ ना जाई गुरा एक दे बुझाई सबना जियां का एक दाता सो मैं विसरना जाई। इस तरह गुरबाणी में ठीक विश्राम दे के आपदे लो पूरी लय दे नाल और एकाग्रता दे नाल पढ़ना है। हुण इस पौड़ी दे विच आपां तो सहज वाकी गलतियां हो जांदियां, वो मैं आप जी दे ध्यान दे विच लिआऊंगा। थाप्या ना जाए कीता ना होए आपे आप निरंजन सोए जिन सेविया तिन पाया मान नानक गाविया गुणी निधान गाविया सुनिया मन रखिया भाओ दुख पर हर सुख घर लै जाए गुरमुख नादं गुरमुख वेदं गुरमुख रहा समाई गुर ईसर गुर गोरख ब्रह्मा। एक तो है गुरमुख नादं। मैं तुहानूं यह दस्सिया है भी पंजाबी संस्कृति दे विच जिहड़ी टिप्पी है, ये टिप्पी है ना लग संस्कृत दे विच इसदा उचारण आए करके हुंदा है अंग कर, पर गुरमुखी दे विच आपां इहदा अंग नहीं है, इहदी थां इह आपां इह आवाज़ गंगे अंग। हाँ आपां इसे कहांगे गुरमुख नादं गुरमुख वेदं गुरमुख रहा समाई। ये चीज़ ये आप ध्यान रखनी है। गुर ईसर गुर गोरख इत्थे लिखा है बर्मा, पर यह बर्मा तो किसी देश का नाम सी, उस दे अर्थां दे विच नहीं आया। ये जिहड़े हिंदू धर्म के 3 देवते मन्ने गए हैं ब्रह्मा विष्णु शिव जी, ये उन्हां दे देवतियां दे नां दे करके आउण दा करके लिखिया इत्थे बर्मा है।
ਆਪਾਂ ਇਹਨੂੰ ਬਰਮਾ ਨਹੀਂ ਪੜ੍ਹਨਾ, ਇਹਨੂੰ ਆਪਾਂ ਪੜਾਂਗੇ ਬ੍ਰਹਮਾ। ਬਹੁਤ ਵਾਰੀ ਅੱਧਾ ਹਾਹਾ ਵੀ ਹੋਊਗਾ, ਬਹੁਤ ਵਾਰੀ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਸਪੈਲਿੰਗ ਵੀ ਆਪਾਂ ਨੂੰ ਮਿਲਣਗੇ। ਜਦੋਂ ਵੀ ਇਹ ਸ਼ਬਦ ਦੇਵਤੇ ਦੇ ਅਰਥਾਂ ਦੇ ਵਿੱਚ ਆਉਂਦਾ ਹੈ, ਬਹੁਤ ਵਾਰੀ ਗੁਰਬਾਣੀ ਦੇ ਵਿੱਚ ਆਹ ਮਿਲਣਗੇ ਸਪੈਲਿੰਗ, ਹੇਠਾਂ ਅੱਧਾ ਹਾਹਾ ਮਿਲਿਆ, ਪੂਰਾ ਹਾਹਾ ਵੀ ਲਿਖਿਆ ਮਿਲਿਆ ਹੋਇਆ, ਇੱਥੇ ਨਹੀਂ ਹੈ, ਪਰ ਅਰਥ ਕੀ ਹੈ? ਬ੍ਰਹਮਾ। ਤੇ ਆਪਾਂ ਇਹ ਅਭਿਆਸ ਕਰਨਾ ਹੈ, ਇਹਨੂੰ ਬਰਮਾ ਨਾ ਬੋਲ ਕੇ ਕੀ ਬੋਲਾਂਗੇ ਆਪਾਂ? ਕੀ ਬੋਲਾਂਗੇ ਆਪਾਂ? ਬ੍ਰਹਮਾ ਇਹਦਾ ਬੋਲਾਂਗੇ। ਇਹ ਧਿਆਨ ਰੱਖਣਾ ਹੈ। ਗੁਰ ਪਾਰਵਤੀ ਮਾਈ ਜੇ ਹਉ, ਇਹ ਮੈਂ ਪਹਿਲਾਂ ਵੀ ਦੱਸਤਾ ਸੀ, ਇਹ ਜਿਹੜਾ ਹਉ ਸ਼ਬਦ ਹੈ ਇਹ ਮੈਂ ਦੇ ਵਿੱਚ ਅਰਥਾਂ ਦੇ ਵਿੱਚ ਆਇਆ ਹੈ। ਹਉ ਨਹੀਂ ਆਪ ਲਿਖਿਆ ਹਉ ਹੈ, ਆਪਾਂ ਇਹਦਾ ਉਚਾਰਨ ਹਉ ਕਰਨਾ ਸਾਰੀ ਗੁਰਬਾਣੀ ਜਿੱਥੇ ਮੈਂ ਦੇ ਅਰਥਾਂ ਦੇ ਵਿੱਚ ਆਉਂਦਾ, ਜਿੱਥੇ ਮੈਂ ਦੇ ਅਰਥਾਂ ਦੇ ਵਿੱਚ ਆਉਂਦਾ। ਜਾਣਾ ਲਿਖਿਆ ਜਾਣਾ, ਹਾਲਾਂਕਿ ਨਾਣਿਆਂ ਦਾ ਨਾਸਕੀ ਚਾਰਨ ਹੋਣ ਕਰਕੇ ਆ ਜਾਂਦਾ ਹੈ, ਲੇਕਿਨ ਹਉ ਆ ਗਿਆ, ਫਸਟ ਪਰਸਨ ਆ ਗਿਆ, ਉੱਤਮ ਪੁਰਖ ਆ ਗਿਆ, ਤੇ ਆਪਾਂ ਕੀ ਹੈ ਇਹਨੂੰ ਜਾਣਾ ਨਾ ਬੋਲ ਕੇ ਜਾਣਾ, ਆਪਾਂ ਇਹਦਾ ਉਚਾਰਨ ਕਰਾਂਗੇ। ਉਸ ਤੋਂ ਬਾਅਦ ਲਿਖਿਆ ਹੈ ਆਖਾ, ਇਹਨੂੰ ਆਪਾਂ ਬੋਲਾਂਗੇ ਆਖਾਂ। ਕਿਉਂ ਬੋਲਾਂਗੇ? ਕਿਉਂਕਿ ਹਾਂ ਫਸਟ ਪਰਸਨ ਹੋ ਗਿਆ, ਫਸਟ ਪਰਸਨ ਦੇ ਨਾਲ ਔਰ ਜਿਹੜੇ ਪਲੂਰਲ ਹੁੰਦੇ ਹੈ ਉਹਨਾਂ ਦੇ ਨਾਲ ਆਪਾਂ ਵੇਖਦੇ ਹੈ ਕਿ ਨਾਸਕੀ ਉਚਾਰਨ ਆਖਰੀ ਸ਼ਬਦ ਦੇ ਨਾਲ ਜਿਹੜੀ ਮਾਤਰਾ ਲੱਗੀ ਉਹ ਕਰਦੇ, ਇਹ ਆਪਾਂ ਇਸ ਤਰ੍ਹਾਂ ਦਾ ਹੈ। ਆਖਾਂ ਨਾਹੀਂ ਕਹਿਣਾ ਕਥ ਨਾ ਜਾਈ ਗੁਰਾ, ਇੱਥੇ ਲਿਖਿਆ ਇਹਨੂੰ ਬਹੁਤ ਸਾਰੇ ਗੁਰਾਂ ਪੜ੍ਹਦੇ, ਨਹੀਂ ਗੁਰਾਂ ਨਹੀਂ ਪੜ੍ਹਨਾ ਹੈ, ਕਿਉਂਕਿ ਗੁਰੂ ਸਾਹਿਬਾਨ ਇੱਥੇ ਸੰਬੋਧਨ ਵਾਚਕ ਹੈ। ਹੇ ਗੁਰੂ ਜੀ, ਜਿੱਥੇ ਵੀ ਸੰਬੋਧਨ ਵਾਚਕ ਹੁੰਦਾ ਹੈ ਉੱਥੇ ਆਪਾਂ ਨਾਸਕੀ ਉਚਾਰਨ ਨਹੀਂ ਕਰਨਾ ਹੁੰਦਾ, ਔਰ ਉਦੋਂ ਬਾਅਦ ਵਿਸ਼ਰਾਮ ਕਰ ਦੇਣਾ ਹੁੰਦਾ ਹੈ, ਕਿਉਂਕਿ ਆਪਾਂ ਬੇਨਤੀ ਕਰ ਰਹੇ ਨੇ ਹੇ ਗੁਰੂ ਜੀ। ਆਈ ਆਪਾਂ ਜਦ ਨੋਰਮਲ ਵੀ ਜਦੋਂ ਆਪਾਂ ਗੱਲ ਕਰਨੀ ਹੈ ਕਿਸੇ ਨਾਲ, ਹੇ ਗੁਰੂ ਜੀ ਰੁਕਦੇ ਆ ਨਾ, ਮੈਨੂੰ ਇੱਕ ਚੀਜ਼ ਦੀ ਸਮਝ ਦੇ ਦਿਓ। ਇਉਂ ਕਰਕੇ ਵੇਖਾਂਗੇ ਗੁਰਾ ਮੇਰੇ ਪ੍ਰੀਤਮਾ, ਬਹੁਤ ਵਾਰੀ ਮਨ ਸ਼ਬਦ ਆਇਆ ਹੈ ਇਹ ਸੰਬੋਧਨ ਵਾਚਕ ਦੇ ਵਿੱਚ ਸ਼ੁਰੂ ਦੇ ਵਿੱਚ, ਤੇ ਉਦੋਂ ਬਾਅਦ ਥੋੜ੍ਹਾ ਵਿਸ਼ਰਾਮ ਦਿੰਦੇ ਜਿਵੇਂ ਕਿ ਇੱਥੇ ਦਿੱਤਾ ਹੈ। ਤੇ ਆਪਾਂ ਬੋਲਾਂਗੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ, ਜੀਆ ਨਹੀਂ ਪੜਾਂਗੇ ਕਿਉਂਕਿ ਬਹੁਵਚਨ ਹੈ, ਸਭਨਾ ਆਪਣੇ ਆਪ ਦੇ ਵਿੱਚ ਹੀ ਬਹੁਵਚਨ ਹੈ। ਤੇ ਉਹ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਜਦੋਂ ਐੜੇ ਦੇ ਨਾਲ ਕੰਨਾ ਲੱਗਿਆ ਹੋਊ ਆਪਾਂ ਉਦੋਂ ਜੀਆ ਪੜ੍ਹਨਾ ਹੈ, ਜਦੋਂ ਐੜਾ ਮੁਕਤਾ ਹੁੰਦਾ ਹੈ ਉਦੋਂ ਆਪਾਂ ਉਹਨੂੰ ਬਹੁਤ ਸਾਰੇ ਵੀਰ ਉਹਨੂੰ ਜੀ ਆ ਪੜ੍ਹਦੇ, ਆਪਦੇ ਜਾਣੇ ਸ਼ੁੱਧ ਪੜ੍ਹਦੇ ਹੈ, ਤੇ ਉਹ ਨਹੀਂ, ਉਹਦਾ ਸ਼ੁੱਧ ਉਚਾਰਨ ਲੱਗੀ ਹੋਈ ਮਾਤਰਾ ਦੀ ਆਵਾਜ਼ ਨੂੰ ਲਮਕਾਉਣਾ ਹੈ। ਜਦੋਂ ਇਹ ਆਪਾਂ ਨੂੰ ਸਪੈਲਿੰਗ ਦੇਖੋ ਇੱਥੇ ਮਿਲ ਗਏ ਐੜੇ ਨੂੰ ਕਰਨੇ ਵਾਲੇ, ਤੇ ਜੇ ਮੁਕਤੇ ਵਾਲੇ ਨੂੰ ਜੀਆਂ ਪੜਾਂਗੇ ਇਹਨੂੰ ਫਿਰ ਕੀ ਪੜਾਂਗੇ? ਹਾਂ, ਬਹੁਵਚਨ ਹੋਣ ਦਾ ਕਰਕੇ ਆਪਾਂ ਪਹਿਲਾਂ ਜੀਆਂ, ਇਹ ਚੀਜ਼ ਦਾ ਧਿਆਨ ਦੇਣਾ ਹੈ। ਇੱਕ ਦਾਤਾ ਸੋ ਮੈਂ ਵਿਸਰਨਾ ਜਾਈ, ਤੇ ਇਹਦੇ ਵਿੱਚ ਆਪਾਂ ਇੱਕ ਦੇ ਪਹਿਲਾਂ ਵੇਖ ਲਿਆ, ਫਿਰ ਦੁਹਰਾਈ ਕਰ ਦੇਣਾ ਹੈ ਵੀ ਇੱਕ ਦੇ ਸਪੈਲਿੰਗ ਇਹਨਾਂ ਪਹਿਲੀ ਲਾਈਨ ਦੇ ਵਿੱਚ ਆਹ ਸਪੈਲਿੰਗ ਹੈ ਗੁਰਾ ਇੱਕ ਦੇ ਬੁਝਾਈ, ਦੂਸਰੀ ਦੇ ਵਿੱਚ ਹੈ ਸਭਨਾ ਜੀਆਂ ਕਾ ਇੱਕ ਦਾਤਾ। ਵੇਖੋ ਸਪੈਲਿੰਗ, ਕਿਉਂਕਿ ਉੱਤੇ ਜਦੋਂ ਇਹ ਕੱਕਾ ਮੁਕਤਾ ਹੁੰਦਾ, ਮੈਂ ਕਿਹਾ ਉਹ ਇਸਤਰੀ ਲਿੰਗ ਸ਼ਬਦ ਵਾਸਤੇ ਹੁੰਦਾ, ਤੇ ਜਿਹੜਾ ਬੁਝਾਈ ਸਮਝ ਬੁੱਝਣਾ ਇਹ ਕਿਸ ਸਰਲੇਖ ਦੇ ਥੱਲੇ ਆਉਂਦਾ? ਇਸਤਰੀ ਲਿੰਗ ਦੇ ਥੱਲੇ ਆਉਂਦਾ। ਔਰ ਦਾਤਾ ਪੁਲਿੰਗ ਹੈ, ਦਾਤਾ ਪੁਲਿੰਗ ਹੈ ਨਾ, ਪੁਲਿੰਗ ਹੋਣ ਦਾ ਕਰਕੇ ਔਂਕੜ ਲੱਗ ਗਿਆ। ਇਹ ਇੱਕ ਦਾ ਸੰਬੰਧ ਦਾਤੇ ਨਾਲ ਹੈ, ਇਹ ਇੱਕ ਦਾ ਸੰਬੰਧ ਬੁਝਾਈ ਦਾ ਹੈ। ਜਿਹੜੀ ਬੂਝ ਹੈ, ਸੂਝ ਹੈ, ਸਿਆਣਪ ਹੈ, ਉਹ ਇਸਤਰੀ ਲਿੰਗ ਸ਼ਬਦ। ਤੇ ਬਹੁਵਚਨ ਜਦੋਂ ਹੋਊਗਾ ਉਦੋਂ ਆਪਾਂ ਵੇਖਾਂਗੇ
ਉਦੋਂ ਜਦੋਂ ਵੀ ਵੇਖੋ। ਇਹ ਆਪਾਂ ਸਮਝ ਲਿਆ ਹੈ। ਉਸ ਦੇ ਵਿੱਚ ਇੱਕ ਦੋ ਸ਼ਬਦ ਮੈਂ ਹੋਰ, ਕਿਉਂਕਿ ਆਪਾਂ ਇੱਕ ਦੀ ਆਲਰੇਡੀ ਪਹਿਲਾਂ ਕਰ ਲਈ ਸੀ, ਤੇ ਇੱਕ ਦੋ ਹੋਰ ਸ਼ਬਦ ਮੈਂ ਆਪ ਜੀ ਦੇ ਧਿਆਨ ਦੇ ਵਿੱਚ ਮੈਂ ਲਿਆ ਦਿੰਦਾ ਹੈਗਾ, ਤਾਂ ਕਿ ਆਪਾਂ ਨੂੰ ਨਾ ਹੋਰ ਸੌਖਾ ਹੁੰਦਾ ਰਹੇ। ਜਿਵੇਂ ਇੱਥੇ ਆਇਆ ਹੈ ਗਾਵੀਏ ਸੁਣੀਏ, ਇਹ ਇਸੇ ਪੌੜੀ ਦੀ ਲਾਈਨ ਹੈ 1 2 3 4 5ਵੀਂ ਲਾਈਨ ਹੈ। ਇਸ ਪੌੜੀ ਦੀ 5ਵੀਂ ਲਾਈਨ ਹੈ ਗਾਵੀਏ ਸੁਣੀਏ ਮਨ ਰੱਖੀਏ ਭਾਉ। ਪਹਿਲਾਂ ਦਾ ਆਹ ਮਨ ਦੇ ਸਪੈਲਿੰਗ ਵੇਖੋ, ਮਨ ਦੇ ਸਪੈਲਿੰਗ ਆਪਾਂ ਨੂੰ ਆਹ 3 ਮਿਲਣਗੇ। ਆਪਾਂ ਗੱਲਬਾਤ ਕਰ ਰਹੇ ਹਾਂ ਨਾ ਕਿ ਗੁਰਬਾਣੀ 'ਚ ਬਹੁਤ ਸਾਰੇ ਸ਼ਬਦ ਹੈ, ਉਹਨਾਂ ਦੇ ਸਪੈਲਿੰਗ ਅਲੱਗ-ਅਲੱਗ ਹੈ, ਉਚਾਰਨ ਇੱਕ ਹੀ ਹੈ। ਕਰ ਰਹੇ ਨਾ ਗੱਲ। ਇਹ ਮੈਂ ਆਪਾਂ ਜਪਜੀ ਸਾਹਿਬ ਦੇ ਵਿੱਚ ਤਾਂ ਇਸ ਚੀਜ਼ ਨੂੰ ਜਾ ਕੇ ਗਹਿਰਾਈ ਦੇ ਵਿੱਚ ਹੈ, ਤਾਂ ਕਿ ਬਿਲਕੁਲ ਇਹ ਪਰਪੱਕ ਹੋ ਜੇ। ਠੀਕ ਹੈ। ਤੇ ਇਹ ਵੇਖੋ, ਇਹਦੇ ਵਿੱਚ ਜਿਹੜਾ ਮਨ ਨੰਨੇ ਨੂੰ ਸਿਹਾਰੀ ਆ, ਨੰਨੇ ਨੂੰ ਸਿਹਾਰੀ ਹੋਣ ਦਾ ਕਰਕੇ ਇਹਦਾ ਵਿੱਚ ਪ੍ਰੈਪੋਜੀਸ਼ਨ ਦਾ ਕੰਮ ਕਰਦੀ, ਮਨ ਵਿੱਚ ਭਾਉ ਰੱਖਣਾ, ਮਨ ਦੇ ਵਿੱਚ। ਤੇ ਜਦੋਂ ਇੱਕ ਮਨ ਐਜ ਏ ਨਾਊਨ ਆਊਗਾ, ਇੱਕ ਵਚਨ ਹੋਊਗਾ, ਪੁਲਿੰਗ ਹੋਊਗਾ, ਉਦੋਂ ਔਂਕੜ ਲੱਗ ਜੂਗਾ। ਜਦੋਂ ਬਹੁ ਵਚਨ ਜ਼ਿਆਦਾ ਮਨਾਂ ਦੀ ਗੱਲ ਹੋਊਗੀ ਉਦੋਂ ਔਂਕੜ ਲੱਥਿਆ, ਔਰ ਜਦੋਂ ਸੰਬੋਧਨ ਹੋਊਗਾ ਉਦੋਂ ਵੀ ਮਨ ਦੇ ਥੱਲੇ ਔਂਕੜ ਨਹੀਂ ਰਹੂਗਾ। ਇਹ ਆਪਣੀਆਂ 3-4 ਵਾਰੀ ਰਿਪੀਟ ਹੋ ਗਈ ਹੈ। ਕਿੰਨੇ ਕੁ ਵੀਰਾਂ ਨੂੰ, ਗੁਰਮੁਖ ਪਿਆਰਿਆਂ ਨੂੰ ਇਹ ਚੀਜ਼ ਸਮਝ ਆ ਰਹੀ ਹੈ ਔਰ ਪੱਕੀ ਵੀ ਹੋ ਰਹੀ ਹੈ? ਆ ਰਹੀ ਹੈ ਨਾ। ਤੇ ਇਵੇਂ ਆਪਾਂ ਇੱਕ ਇਹਦੇ ਵਿੱਚ ਹੋਰ ਮੈਂ ਤੁਹਾਡੇ ਨਾਲ ਕਰ ਲੈਣਾ। ਉਦੋਂ ਬਾਅਦ ਮਨ ਤੋਂ ਬਾਅਦ ਹੈਗਾ ਅਗਲੀ ਲਾਈਨ ਹੀ ਹੈ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਜਿਹੜੇ ਨਿਯਮ ਇੱਥੇ ਲਾਗੂ ਹੁੰਦੇ ਹੈ ਉਹ ਇੱਥੇ ਹੁੰਦੇ। ਵੀ ਆਪਾਂ ਕੋਈ ਚੀਜ਼ ਘਰ ਦੇ ਅੰਦਰ ਲੈ ਕੇ ਜਾਣੀ ਹੈ ਨਾ, ਘਰ ਵਿੱਚ ਲੈ ਕੇ ਜਾਣੀ ਹੈ, ਤੇ ਆਹ ਵਿੱਚ ਦੇ ਸਾਈਡ ਵੇਖੋ ਗੁਰਬਾਣੀ ਦੀ ਲਿਖਾਈ ਵੀ ਇੱਥੇ ਵਿੱਚ ਲਿਖਣ ਦੀ ਲੋੜ ਨਹੀਂ। ਕਵਿਤਾ ਦੇ ਵਿੱਚ ਗੁਰੂ ਸਾਹਿਬਾਨ ਨੇ ਇਸੇ ਦੇ ਨਾਲ ਹੀ ਉਹ ਸਾਰੀ ਚੀਜ਼ ਨੂੰ ਆਪਾਂ ਨੂੰ ਸੂਝ-ਬੂਝ ਦੇ ਦਿੱਤੀ। ਇਹ ਦੇਖੋ ਗੁਰੂ ਸਾਹਿਬਾਨ ਦੀ ਸਾਹਿਤਕਾਰੀ ਤੋਂ ਸਦਕੇ ਜਾਣ ਨੂੰ ਜੀ ਕਰਦਾ ਕਿ ਨਹੀਂ ਕਰਦਾ ਹੈ। ਤੇ ਇਉਂ ਕਰਕੇ ਸਾਰੀਆਂ ਚੀਜ਼ਾਂ ਆਪਾਂ ਇਹ ਸਮਝਣੀਆਂ ਹੈ। ਇਸ ਤਰ੍ਹਾਂ ਦਾ ਇਹ ਇਹਦੇ ਵਿੱਚ ਇਹੀ ਅੱਖਰ ਹੈਗੇ ਆ। ਦੂਸਰਾ ਹੁਣ ਇੱਕ ਵਾਰੀ ਮੈਂ ਅੱਗੇ ਅੱਗੇ ਬੋਲਦਾ ਹਾਂ, ਫਿਰ ਤੁਸੀਂ ਪਿੱਛੇ ਪਿੱਛੇ ਬੋਲਣਾ ਹੈ, ਫਿਰ ਆਪਾਂ ਬ੍ਰੇਕ ਕਰਕੇ ਅਗਲੀ ਪੌੜੀ ਪੜਾਂਗੇ। ਚਲੋ ਮੇਰੇ ਮਗਰ ਮਗਰ ਬੋਲੋ ਆਪ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਾ ਸਮਾਈ। ਗੁਰ ਈਸਰ ਗੁਰ ਗੋਰਖ ਬ੍ਰਹਮਾ, ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਰ ਨਾ ਜਾਈ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਕਿਸੇ ਦਾ ਕੋਈ ਸਵਾਲ ਕੁਛ ਪੁੱਛਣਾ ਹੋਵੇ? ਅਗਲੀ ਪੌੜੀ ਤੇ ਚੱਲੀਏ।
ਹੁਣ ਆਪ ਜੀ ਮੇਰੇ ਮਗਰ ਨਹੀਂ ਬੋਲੋਗੇ, ਮੈਂ ਆਪ ਜੀ ਨੂੰ ਪੜ੍ਹ ਕੇ ਸੁਣਾਉਂਗਾ। ਤੀਰਥ ਨਾਵਾਂ ਜੇ ਤਿਸ ਭਾਵਾਂ, ਬਿਨ ਭਾਣੇ ਕੇ ਨਹਾਏ ਕਰੀ। ਜੇਤੀ ਸਿਰਠ ਉਪਾਈ ਵੇਖਾਂ, ਬਿਨ ਕਰਮਾਂ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਇਸ ਤਰ੍ਹਾਂ ਆਪਾਂ ਗੁਰਬਾਣੀ ਨੂੰ ਪੜ੍ਹਿਆ। ਇਸ ਪੌੜੀ ਦੇ ਵਿੱਚ ਉਸੇ ਤਰ੍ਹਾਂ ਕੁਛ ਸ਼ਬਦ ਹੈ। ਤੀਰਥ ਲਿਖਿਆ ਹੈ ਨਾਵਾਂ। ਇੱਥੇ ਨਾਵਾਂ ਜਿਹੜਾ ਆਇਆ ਹੈ, ਤੀਰਥ ਤੇ ਆਪਾਂ ਕੀ ਕਰਨ ਜਾਂਦੇ ਹਾਂ? ਨਹਾਉਣ ਜਾਂਦੇ ਹਾਂ। ਤੇ ਇਹ ਇਸ਼ਨਾਨ ਦੇ ਅਰਥਾਂ ਦੇ ਵਿੱਚ ਆਇਆ। ਤੇ ਜਦੋਂ ਇਹ ਇਸ਼ਨਾਨ ਦੇ ਅਰਥਾਂ 'ਚ ਆਊਗਾ ਗੁਰਬਾਣੀ ਥਾਂ ਦੇ ਵਿੱਚ, ਹੋਰ ਵੀ ਬਹੁਤ ਥਾਂ ਤੇ ਉਦੋਂ ਆਪਾਂ ਇਹਨੂੰ ਨਾਵਾਂ ਨਾ ਪੜ੍ਹ ਕੇ ਆਪਾਂ ਇਹਨੂੰ ਪੜ੍ਹਾਂਗੇ ਹੋਰ ਜਗ੍ਹਾ ਤੇ ਗੁਰਬਾਣੀ ਦੇ ਵਿੱਚ ਸਪੈਲਿੰਗ ਲੈਣਗੇ, ਉੱਥੋਂ ਵਿਦਵਾਨਾਂ ਨੇ ਸੇਧ ਲੈ ਕੇ ਜੇ ਉਹੀ ਅਰਥ ਨਿਕਲਦੇ ਹੈ ਤਾਂ ਚੱਲ। ਕਿਸੇ ਨੇ ਆਪਣੇ ਕੋਲੋਂ ਨਹੀਂ ਵਾਦ ਘਾਟ ਗੁਰਬਾਣੀ ਚ ਕੁਛ ਅਰਥ ਇੱਥੇ ਨਹਾਉਣ ਦੇ ਆ ਰਹੇ ਹੈਗੇ, ਹੋਰ ਥਾਂ ਤੇ ਇਹ ਸਪੈਲਿੰਗ ਹੇਠਾਂ ਅੱਧਾ ਲਿਖਿਆ ਹੋਇਆ। ਸੋ ਆਪ ਗੁਰਬਾਣੀ ਦੇ ਵਿੱਚ ਦਰਸ਼ਨ ਕਰੋਗੇ। ਇਹ ਚੀਜ਼ ਆਪਾਂ ਨੂੰ ਸਮਝਣੀ ਹੈ। ਮਤਲਬ ਕਿਤੇ ਕਿਤੇ ਐਂ ਹੋ ਜਾਂਦਾ ਗੁਰਬਾਣੀ ਚ ਵਾਦ ਘਾਟ ਕਰ ਰਿਹਾ ਹੈ, ਨਹੀਂ। ਜਿਹਨੂੰ ਆਪਾਂ ਪੜ੍ਹਨਾ ਨਾਵਾਂ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ। ਲਿਖਿਆ ਨਾ ਹੀ ਹੈ, ਲੇਕਿਨ ਇੱਥੇ ਨਾਉਨ ਜਾਂ ਨਾਮ ਦੇ ਅਰਥਾਂ ਦੇ ਵਿੱਚ ਨਹੀਂ ਹੈ। ਇਹ ਜੇ ਤੈਨੂੰ ਚੰਗਾ ਹੀ ਨਹੀਂ ਲੱਗਾ ਤਾਂ ਮੈਂ ਕੀ ਨਹਾਉਣਾ। ਤੇ ਇੱਥੇ ਵੀ ਨਹਾਉਣ ਦੇ ਅਰਥਾਂ ਦੇ ਵਿੱਚ ਆਉਣ ਦਾ ਕਰਕੇ ਤੇ ਆਪਾਂ ਇਹਨੂੰ ਪੜਾਂਗੇ ਨਾ। ਜੇਤੀ ਸਿਰਠ, ਇਹ ਸਿਰਠ ਹੈ। ਠੱਠੇ ਨੂੰ ਸਿਹਾਰੀ ਲੱਗੀ ਉਹ ਬੋਲਦੇ ਨਹੀਂ ਹੈ। ਮਤਲਬ ਇਹਦਾ ਸ੍ਰਿਸ਼ਟੀ ਹੈ, ਲੇਕਿਨ ਕਈਆਂ ਵੀਰਾਂ ਦੇ ਮੂੰਹ ਤੇ ਇਹਨੂੰ ਸ੍ਰਿਸ਼ਟ ਟੈਂਕਾ ਮੂੰਹ ਤੇ ਨਿਕਲ ਜਾਂਦਾ ਹੈ, ਅਰਥ ਟੈਂਕੇ ਵਾਲਾ ਹੀ। ਲੇਕਿਨ ਆਪਾਂ ਟੈਂਕਾ ਨਹੀਂ ਬੋਲਣਾ ਹੈ, ਆਪਾਂ ਸਿਰਠ ਹੀ ਬੋਲਣਾ। ਕੀ ਬੋਲਣਾ ਆਪਾਂ? ਸਿਰਠ ਬੋਲਣਾ। ਜੇਤੀ ਸਿਰਠ ਉਪਾਈ ਵੇਖ, ਲਿਖਿਆ ਵੇਖਾ ਹੈ, ਲੇਕਿਨ ਆਪਣੇ ਆਪ ਨੂੰ ਸੰਬੋਧਨ ਹੈ ਵੇਖ। ਵਿਣ ਕਰਮਾਂ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਣਕ। ਮਤ ਦੇ ਵਿੱਚ, ਮਤ ਦੇ ਵੀ ਆਪਾਂ ਨੂੰ 3 ਸਪੈਲਿੰਗ ਗੁਰਬਾਣੀ ਦੇ ਵਿੱਚ ਆਪਾਂ ਦਰਸ਼ਨ ਕਰਾਂਗੇ। ਤਿੰਨਾਂ ਦਾ ਉਚਾਰਨ ਮਤ ਹੀ ਹੈ। ਜਿਵੇਂ ਕਿ ਇੱਥੇ ਹੁਣ ਮੈਂ ਕੀ ਪੜ੍ਹਿਆ, ਇਹਨੂੰ ਆਪਾਂ ਸਾਰੇ ਮਤ ਪੜ੍ਹਦੇ ਹੈ ਨਾ। ਔਰ ਹੋਰ ਵੀ ਐਂ 2 ਸਪੈਲਿੰਗ ਆਉਣਗੇ। ਇਹਨੂੰ ਤਾਂ ਆਪਾਂ ਮਤ ਪੜ੍ਹਨਾ ਹੀ ਪੜ੍ਹਨਾ, ਇਹਨੂੰ ਵੀ ਆਪਾਂ ਮਤ ਪੜ੍ਹਨਾ, ਕਿਉਂਕਿ ਮਤ ਉਚਾਰਨ ਆਪਣਾ ਇਹਦਾ ਮਤ ਹੈ। ਅਰਥ ਇਹਨਾਂ ਦੇ ਅਲੱਗ ਅਲੱਗ ਹੈ। ਅਰਥ ਇਹਦਾ ਹੈ, ਮਤ ਦਾ ਮਤਲਬ ਹੈ ਅਕਲ, ਜਿਹੜਾ ਕਿ ਇੱਥੇ ਹੈ। ਮਤ ਵਿੱਚ ਰਤਨ ਜਵਾਹਰ ਮਾਣਿਕ, ਵੀ ਮਤ ਦੇ ਵਿੱਚ ਬਹੁਮੁੱਲੇ ਗੁਣ, ਜਿਹੜੇ ਕਿ ਕੀਮਤੀ ਪੱਥਰਾਂ ਤੋਂ ਵੀ ਜ਼ਿਆਦਾ ਕੀਮਤੀ ਹੈ ਰਤਨ, ਤੇ ਮਤ ਦੇ ਵਿੱਚ ਆ ਗਿਆ। ਇਹ ਜਿਹੜਾ ਮਤ ਹੈ ਇਹਦੇ ਅਰਥ ਹੋਣਗੇ, ਆਪਾਂ ਕਹਿ ਦਿੰਦੇ ਅਲੱਗ ਅਲੱਗ ਮਤ ਹੈ, ਅਲੱਗ ਅਲੱਗ ਧਰਮ ਹੈ, ਕਰਦੇ ਅਲੱਗ ਅਲੱਗ ਧਰਮ ਹੈ, ਅਲੱਗ ਅਲੱਗ ਮਤ ਹੈ, ਅਲੱਗ ਅਲੱਗ ਧਰਮ। ਧਰਮ, ਮਤ, ਖਿਆਲ, ਕਈ ਚੀਜ਼ਾਂ ਆ ਜਾਂਦੀਆਂ। ਇਹਦਾ ਮਤਲਬ ਹੈ ਵਰਜਣਾ। ਆਪਾਂ ਕਹਿ ਦਿੰਦੇ ਆਹ ਕੰਮ ਨਹੀਂ ਕਰਨਾ ਬਈ, ਮਤ ਕਰਾ ਕਰ, ਆਹ ਕੰਮ ਮਤ ਕਰ, ਵਰਜਣਾ ਜਾਂ ਨਾ ਬਚ। ਫਿਰ ਮੈਂ ਆਪ ਜੀ ਨੂੰ ਦੱਸ ਦਿਆਂ, 1-2 ਥਾਂ ਤੇ ਭਗਤਾਂ ਦੀ ਬਾਣੀ ਦੇ ਵਿੱਚ ਇਹ ਨਿਯਮ ਲਾਗੂ ਨਹੀਂ ਹੁੰਦਾ।
1-2 साल के ਉੱਥੇ ਆਹ ਮੱਤ ਲਿਖੀ ਹੋਈ ਹੈ। ਉਹਦਾ ਅਰਥ ਹੈ, ਉਹਦਾ ਅਰਥ ਪਰ ਜ਼ਿਆਦਾਤਰ ਆਪ ਜੀ ਨੂੰ ਮੈਂ ਇਸ ਚੀਜ਼ ਜਿਵੇਂ ਆਪਾਂ ਦੇਹ ਦਾ ਵੇਖ ਲਿਆ ਸੀ, ਉੱਥੇ ਮਤਲਬ ਫਿਰ ਮੈਂ ਤੁਹਾਨੂੰ ਉਹੀ ਗੱਲ ਹੈ ਵੀ ਵਿਦਵਾਨਾਂ ਦਾ ਵਿਚਾਰ ਹੈ ਕਿ ਉਹ ਅਮਿਸ਼ਨ ਹੋਈ ਹੈ, ਪਰ ਉੱਥੇ ਜੇ ਅਰਥਾਂ ਦੇ ਵਿੱਚ ਆਹ ਸਪੈਲਿੰਗ ਆ ਹੋਣਗੇ, ਅਰਥ ਆ ਹੋਣਗੇ, ਪੜ੍ਹਨਾ ਤਾਂ ਆਪਾਂ ਇਹਨੂੰ ਐਵੇਂ ਹੀ ਹੈ, ਪਰ ਉੱਥੇ ਮਨ ਦੇ ਵਿੱਚ ਕਨਫਿਊਜ਼ਨ ਨਹੀਂ ਹੋਣੀਗੀ ਵੀ ਇਹ ਵੀ ਤੱਤੇ ਨੂੰ ਸਿਆਰੀ ਲੱਗੂਗੀ ਤਾਂ ਇੱਥੇ ਉਹ ਅਕਲ ਆਊਗੀ, ਅਤੇ ਨਹੀਂ ਤਾਂ ਇਹ ਤਾਂ ਗੱਲ ਅਲੱਗ-ਅਲੱਗ ਮੱਤ ਦੀ ਆ ਰਹੀ ਹੈ। ਨਹੀਂ, ਕਿਉਂਕਿ ਸੈਂਟੈਂਸ ਜਿਹੜਾ ਵਾਕ ਹੁੰਦਾ ਉਹ ਤਾਂ ਆਪਾਂ ਨੂੰ ਕਲੀਅਰ ਕੱਟ ਸੈਂਸ ਨਿਕਲਦੀ ਹੈ। ਜਿਵੇਂ ਇੱਥੇ ਤੀਰਥ ਨਾਵਾਂ, ਹੁਣ ਨਾਮ ਵੈਸੇ ਤਾਂ ਹੁੰਦਾ ਤੀਰਥ ਨਾਲ ਆ ਗਿਆ ਅਤੇ ਐਟੋਮੈਟਿਕ ਆਪਣੇ ਦਿਮਾਗ ਦੇ ਵਿੱਚ ਆਊ ਤੀਰਥਾਂ 'ਤੇ ਤਾਂ ਬਣਾਉਣ ਜਾਂਦੇ ਹਾਂ, ਅਤੇ ਇੱਥੇ ਨਾਵਾਂ ਨੂੰ ਨਾਵਾਂ ਪੜ੍ਹਨਾ, ਵਿਣ ਭਾਣੇ ਕੇ ਨਹਾਏ ਕਰੀ, ਅਤੇ ਆਪਾਂ ਨਾਏ ਨਹੀਂ ਪੜ੍ਹਾਂਗੇ, ਨਾਮ ਦੇ ਅਰਥਾਂ ਦੇ ਵਿੱਚ ਨਹੀਂ ਆ ਰਿਹਾ ਹੈ, ਕਿਉਂਕਿ ਗੱਲ ਕਿ ਪ੍ਰਸੰਗ ਕਿਹਦਾ ਚੱਲ ਰਿਹਾ, ਤੀਰਥ ਦਾ ਪ੍ਰਸੰਗ ਕਿਹਦਾ ਚੱਲ ਰਿਹਾ ਹੈ, ਤੀਰਥ ਦਾ। ਅਤੇ ਐਂ ਕੋਈ ਜ਼ਿਆਦਾ ਕੋਈ ਮੁਸ਼ਕਿਲ ਜਾਂ ਰੱਟਾ ਮਾਰਨ ਵਾਲੀ ਗੱਲ ਤਾਂ ਹੈ ਨਹੀਂ, ਆਪਾਂ ਨੂੰ ਸਾਰਿਆਂ ਨੂੰ ਸਮਝ ਆ ਹੀ ਰਹੀ ਹੈ ਨਾ ਇਹ ਸਾਰੀ ਚੀਜ਼। ਇਹ ਆਪਾਂ ਬੋਲੇ ਹੈ। ਉਸ ਤੋਂ ਬਾਅਦ ਹੈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ, ਜੇਤੀ ਸਿਰਠ ਉਪਾਈ ਵੇਖਣ ਵਿਨ ਕਰਮਾਂ ਕੇ ਮਿਲੇ ਲਈ, ਮੱਤ ਵਿੱਚ ਰਤਨ ਜਵਾਹਰ ਮਾਣਿਕ। ਸਿੱਧੇ ਨਾਣੇ ਨੂੰ ਲੱਗੀ ਹੋਈ ਜਿਹੜੀ ਸਿਆਰੀ ਹੈ ਉਹ ਆਪਣਾ ਤੋਂ ਵਿਸਰ ਜਾਂਦੀ ਹੈ। ਮਾਣਕ ਨਹੀਂ ਪੜ੍ਹਨਾ, ਨਾਣੇ ਨੂੰ ਲੱਗੀ ਹੋਈ ਸਿਆਰੀ ਦੀ ਜਿਹੜੀ ਆਵਾਜ਼ ਆਉਂਦੀ ਹੈ ਉਹ ਉਚਾਰਨ ਮਾਣਿਕ। ਇਹ ਆਪਣੇ ਮੂੰਹ ਇਹ ਚੀਜ਼ ਧਿਆਨ ਰੱਖਣ ਵਾਲੀ ਹੈ ਇੱਥੇ ਪੌੜੀ 'ਚ। ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਭਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੁਣ ਆਪ ਜੀ ਮੇਰੇ ਪਿੱਛੇ ਪਿੱਛੇ ਅਭਿਆਸ ਕਰੋਗੇ ਇਸੇ ਪੌੜੀ ਦਾ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ, ਜੇਤੀ ਸਿਰਠ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੇ ਲਈ, ਮੱਤ ਵਿੱਚ ਰਤਨ ਜਵਾਹਰ ਮਾਣਿਕ। ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਸ ਤਰ੍ਹਾਂ ਦਾ ਹੈ। ਇੱਕ ਵਾਰੀ ਆਪ ਜੀ 2 ਮਿੰਟਾਂ ਦੇ ਵਿੱਚ ਅਸੀਂ ਦਾ ਅਭਿਆਸ ਕਰੋ। ਕੋਈ ਇਸ ਪੌੜੀ ਦੇ ਵਿੱਚ ਆਪ ਜੀ ਨੇ ਪੁੱਛਣਾ ਤਾਂ ਪੁੱਛੋ। ਕਿਸੇ ਦਾ ਕੋਈ ਸਵਾਲ ਠੀਕ ਹੈ? ਅੱਗੇ ਚੱਲ ਸਕਦੇ ਹਾਂ? ਤੇਜ਼ ਤਾਂ ਨਹੀਂ ਜਾ ਰਿਹਾ? ਓਕੇ, ਫਿਰ ਮੇਰੇ ਹੁਣ ਤੁਸੀਂ ਸੁਣੋਗੇ। ਜੇ ਨਹੀਂ ਬੋਲਣਾ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨ ਆਵਈ ਤਾਂ ਬਾਤ ਨ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਤਰੇ, ਨਾਨਕ ਨਿਰਗੁਣ ਗੁਣ ਕਰੇ। ਗੁਣਵੰਤਿਆਂ ਗੁਣ ਦੇ ਤੇਹਾ ਕੋਇ ਨ ਸੁਝਈ, ਜੇ ਤਸ ਗੁਣ ਕੋਏ ਕਰੇ।
इस तरह आप उच्चारण करना है बड़े प्यार नाल, ठीक विश्राम दे के। इस पौड़ी दे विच जिहड़ियां ध्यान देण वालीआं चीज़ां है वो हुण मैं आप जी दे नाल साझीआं करदा हां। जे जुग चारे आरजा, आरजा का मतलब उम्र, इनू IGT च पढ़ना, आरजा नहीं पढ़ना, बिंदी नहीं लाउणी, आरजा है आरजा ही पढ़ना, ठीक। होर दसूणी होए, इत्थे लिखा है नवा खंडा विच जाणगे। नवा का मतलब नाई, ये हो गया बहुवचन, नाई गिणतीवाचक है, तो आप इनू उच्चारण करांगे नवा। खंड है शरीर के हिस्से, जो 9 हो गया अपने आप ही प्लूरल हो गया, तो आप बोलांगे नवा खंडा विच जाणीए, आप बोलांगे जाणीए, ऐड़े नूं दलाइयां है। नाल चलै सब कोई, चलै बोलांगे, लावां और दलावां का आपां तो थोड़ा जिहा मिसटेक हो जाती है, इस चीज़ की आप विशेष तौर पर तवज्जो देनी। चंगा नाव रखाए कै, कक्के नूं की है, कक्के नूं दलाइयां ना, तो दलाइयां की आवाज़ आउंदी है ऐ करके, ऐड़े दलाइयां ऐ, आप मुहारनी च पढ़िया है। इत्थे जदों दलाइयां हो गई आप बोलांगे कै। ये आप सुभावक गलतियां होंदियां हैं, तुसीं भी इस चीज़ को महसूस करोगे जो पाठ करोगे, दूसरे का पाठ सुनोगे, तो ये आप वेहने हैं कि ये सारिया चीज़ां बेध्यानियां होने का करके अपने मूँहों के निकल जाता है, के नहीं बोल के आप कै बोलांगे। जस कीरत जग ले, सीधा ले नहीं पढ़ देना, मतलब ऐ नहीं महसूस होना चाहिए कि इत्थे जिहड़ी ईड़ी नूं लगी हुई सिहारी है वो अपनी साउंड दे विचों मनफी है। ईड़ी नूं सिहारी दा जिहड़ी आवाज़ आउंदी ए ले, की बोलांगे आप इहनूं, आपां की बोलदे ने सिर्फ इन्ने। हालांकि ईड़ी नूं सिहारी दी जिहड़ी आवाज़ है इहदे नाल मिलदी जुलदी है, लेकिन वो महसूस होनी चाहिए ले, ठीक है जी। इस चीज़ नूं आपां इस चीज़ का अभ्यास करना, थोड़े अभ्यास के नाल चीज़ां नॉर्मल हो जांदियां। जे तिस नदर ना आवई तां वात ना पुछै के, इत्थे के है, कक्के नूं की लग्या, तलां दी आवाज़ ए करके आऊगी, के बोलिया, पहले जिथे दलाइयां लगियां होणगियां उत्थे आपां कै बोलांगे। कीटा बहुवचन हो गया, कीट कीड़े, कीटा हो गया बहुवचन, तो आप की पढ़िया, टैंके नूं लगा उत्ते बिंदी ला के कीटा। अंदर कीट कर दोषी दोष करे, नानक निर्गुण गुण करे। गुणवंत्या लिखा गुणवंत्या, लेकिन बहुवचन होने का करके आप की बोलिया गुणवंत्या गुण दे, तेहा कोई न सुझई जे तस गुण कोई करे। उस तो बाद सत लिखा है, सत तो की अपन जानकारी मिलती है, हाँ जप बाणी की 7 पौड़ियां की इत्थे संपूर्णता हो, हरेक पौड़ी की जिहड़ी संपूर्णता होंदी है उस तो बाद अंक लिखा है। और ये निज़म है कि जिहड़े ये शब्द जोड़ां दे पिछे अंक लिखे हुए हैं वो आपां चलत पाठ दे विच उन्हां नूं उचारना नहीं, पढ़ना जरूर है, उचारना नहीं, नियम है। नहीं तो फिर जिवें मैं जिद करदा है बार बार आप जी नूं ध्यान भी बाणी भाई जिवें लिखी है उवें पढ़नी है, तो फिर कोई भी वीर इहनूं इउं नहीं पढ़दा जे तेहा कोई ना सुझी जे तस गुण कोई करे सत, पढ़ते वेखे पाठ करते हैं, लेकिन ये नियम बने हुए, ये जानकारी देने वास्ते जिहड़े विच अंक लिखे हुए है इन्हां दी जानकारी होनी जरूरी है। फिर मैं हुण शब्द एक उचारिया है भी इन्हां नूं पढ़ना है, उचारना नहीं। पढ़ना और उचारण दे विच थोड़ा फर्क हो गया।
पता होना चाहिए भी सत्य लिखिया है, लेकिन मैं बोलता नहीं क्योंकि नियम है भी इस तरह करके जोड़े अंक लिखे है शब्द जोड़ों का दर्शाते हैं उन्होंने आप सहज पाठ है, अखंड पाठ साहब है, चाहे आप नितनेम आप उच्चार नहीं करते गे, लेकिन हरेक चीज़ का मीनिंग है और काहदे वास्ते लिखा है वो आपको पता होना चाहिए, हमेशा अपने ध्यान रखना चाहिए। हुण आप जी मेरे पिछे पिछे उच्चारण करोगे। जे जुग चारे आरजा होर दसोणी होए, नवां खंडां विच जाणीए, नाल चलै सब कोए, चंगा नाउं रखाए कै, जस कीरत जग ले, जे तिस नदर न आवई, ता बात न पुछै के, कीटा अंदर कीट, कर दोषी दोष तरे, नानक निर्गुण गुण करे, गुणवंत्यां गुण दे, तेहा कोई न सुझई, जे तिस गुण कोई करे। एक मिनट तुसी हुण इस पौड़ी का अभ्यास करो, अभ्यास करके तो मैनू पुछो जे किसी चीज़ का हैगा शक हैगा, फिर एक अद्धी चीज़ मैं होर आप जी के ध्यान च लियाउणा। सस्से नूं दोष, हाँ हाँ जी, बिंदी ला के बोलना है दोष, हाँ जी बिल्कुल बिल्कुल ठीक है थोड़ी। पढ़ लिया है, किसी का कोई सवाल कुछ पूछना है? एक मैं आप जी के ध्यान दे विच होर चीज़ लियावां भी आप वेने आ शब्द कई बारी विच आया है, अंदर आया है, उपर आया है, साथ आया है, नाल आया है, आए है ना शब्द, ये किहड़े शब्द है? संबंधक, कोई भी सारियां च ये संबंधक शब्द है ना भी एक दूसरे दे नाल संबंध का पता लगता आपां नूं। इहदे विच आपां वेख रहे हैं सारियां दे नाल आह लगी हुई स्यारी, ये पर बहुत सारे जिन्ने भी संबंधकी शब्द आउंदे है उन्हां दे नाल लगी आखिरी अखर नूं लगी हुई स्यारी एक संबंधकी शब्द का सूचक है सहजकारी। इस तो अलावा स्यारी का होर कोई मतलब ये नहीं निकलता। जिवें बाकियां चाहे जे कारक काम करती है ना और संबंध की करती है तो यह शब्द ही संबंध की है ना। होर भी आप वेखांगे, ये तो मैं 5-6 लिखे, होर भी आप देखोगे शब्द जिहड़े शब्द एक दूसरे दे नाल संबंध दसदे हैगे उन्हां दे तो आप जी वेखो। हुण जदों पाठ करोगे इन सारियां चीज़ां नूं नाल नाल एनालाइज करियो, वेखियो, विचारियो। जे मैं हुण तां ध्यान च मैं आप जी दे लिआया ठीक। कोई सवाल नहीं है 7वीं पौड़ी च? मैं अगली पौड़ी पढ़दा। सुनिया सिद्ध पीर सुरनाथ, सुनिया धरत धवल आकाश, सुनिया दीप लो पाताल, सुनिया पो न सकै काल, नानक भगतां सदा विगास,
ਸੁਣਿਆ ਦੁਖ ਪਾਪ ਕਾ ਨਾਸ। ਇਹ ਮੈਂ ਪੌੜੀ ਪੜ੍ਹੀ, ਇਸ ਤਰ੍ਹਾਂ ਪੜ੍ਹਨਾ ਹੈ। ਇਹਦੇ ਵਿੱਚ ਆਪਾਂ ਤੋਂ ਜਿਹੜੀਆਂ ਸੁਭਾਵਿਕ ਗਲਤੀਆਂ ਹੁੰਦੀਆਂ, ਪਹਿਲੀ ਤਾਂ ਆਹੀ ਗਲਤੀ ਹੁੰਦੀ ਹੈ, ਆਪਾਂ ਇਹਨੂੰ ਐਂ ਪੜ੍ਹਦੇ ਹਾਂ ਜ਼ਿਆਦਾਤਰ, ਸੁਣੀਏ ਆਪਣੇ ਮੂੰਹੋਂ ਨਿਕਲਦਾ ਜ਼ਿਆਦਾਤਰ, ਪਰ ਆਪਾਂ ਸਪੈਲਿੰਗ ਕੀ ਵੇਖ ਰਹੇ ਹਾਂ? ਸੁਣਿਆ, ਸੁਣਿਆ, ਸੁਣਿਆ ਹੈ। ਹਾਂ ਹਾਂ ਹਾਂ, ਆਪਾਂ ਪੜ੍ਹਦੇ ਸੁਣੀਏ, ਵੇਖਿਓ ਤੁਸੀਂ, ਬਿਹਾਰੀ ਵੀ ਬੋਲ ਜਾਂਦੇ ਤੇ ਈੜੀ ਨੂੰ ਵੀ ਲਾ ਦਿੰਦੇ। ਸੁਣੀਏ ਆਪਾਂ ਹੈ ਸਪੈਲਿੰਗ ਆ, ਤੇ ਆਪਾਂ ਬੋਲਾਂਗੇ ਸੁਣਿਆ। ਕੀ ਬੋਲਾਂਗੇ ਆਪਾਂ? ਫਿਰ ਬੋਲੋ। ਹਾਂ, ਇਹ ਇੱਕ ਆਪਾਂ ਤੋਂ ਸੁਭਾਵਿਕ ਗਲਤੀ ਹੁੰਦੀ ਹੈ। ਇਹ ਚੀਜ਼ ਦਾ ਪੌੜੀ 'ਚ ਧਿਆਨ ਰੱਖਣਾ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਾਰਤ ਧਵਲ ਆਕਾਸ਼, ਸੁਣਿਆ ਦੀਪ ਲੋਹ। ਬਹੁਤ ਸਾਰੇ ਵੀਰ ਇਹਨੂੰ ਲੋਹਾਂ ਪੜ ਜਾਂਦੇ ਆ। ਇਹਨੂੰ ਕੀ ਪੜ ਜਾਂਦੇ ਆ? ਆਪਾਂ ਕੀ ਨਿਯਮ ਹੈ ਵੀ ਆਖਰੀ ਅੱਖਰ ਜਦੋਂ ਐੜਾ ਮੁਕਤਾ ਹੁੰਦਾ ਹੈ, ਉਹਦਾ ਕਿਵੇਂ ਉਚਾਰਨ ਕਰਨਾ ਹੁੰਦਾ ਹੈ? ਹਾਂ, ਕਿਉਂਕਿ ਐੜੇ ਤੋਂ ਅੱਗੇ ਕਿਹੜਾ ਅੱਖਰ ਲਿਖਿਆ ਹੋਇਆ ਹੈ? ਐੜੇ ਤੇ ਅੱਗੇ ਹੈ ਲੱਲਾ, ਔਰ ਲੱਲੇ ਤੇ ਕਿਹੜੀ ਮਾਤਰਾ ਲੱਗੀ ਹੈ? ਹੋੜਾ। ਤੇ ਹੁਣ ਆਪਾਂ ਹੋੜੇ ਦੀ ਜਿਹੜੀ ਮਾਤਰਾ ਉਹਦੀ ਨੋਰਮਲ ਆਵਾਜ਼ ਨਾਲੋਂ ਲੰਮੀ ਕਰ ਦੇਣੀ ਹੈ। ਇਹੀ ਨਿਯਮ ਨਾ। ਔਰ ਆਪਾਂ ਦੱਸਿਆ ਵੀ ਇਹ ਨਿਯਮ ਦੀ ਕਿਤੇ ਵੀ ਇਉਂ ਨਹੀਂ, ਜਿਵੇਂ ਮੈਂ ਤੁਹਾਨੂੰ ਕਈ ਸ਼ਬਦ ਦੱਸਦਾ ਵੀ ਉਹ ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਮੇਲ ਨਹੀਂ ਖਾਂਦੇ ਅੱਗੇ ਜਾ ਕੇ, ਲੇਕਿਨ ਇਹ ਨਿਯਮ ਥਰੂ ਆਊਟ ਹੀ ਆਪਾਂ ਇਹਦੀ ਪਾਲਣਾ ਕਰਨਾ। ਸਮਝ ਗਏ? ਉੱਥੇ ਆਪਾਂ ਜੀ ਪੜ੍ਹਿਆ ਸੀ, ਜੀ ਦੀ ਆਵਾਜ਼ ਨੂੰ ਲੰਮਾ ਕਰਤਾ ਸੀ, ਔਰ ਇੱਥੇ ਆਪਾਂ ਹੋੜੇ ਦੀ ਆਵਾਜ਼ ਨੂੰ ਲਮਕਾ ਦੇਣਾ। ਲੋਹਾ ਕਦੋਂ ਪੜਾਂਗੇ? ਜਦੋਂ ਆਹ ਸਪੈਲਿੰਗ ਆ ਜਾਣਗੇ, ਉਦੋਂ ਆਪਾਂ ਲੋਹਾ ਪੜਾਂਗੇ। ਇਹ ਜਾਣੇ ਅਣਜਾਣੇ ਦੇ ਵਿੱਚ ਬਹੁਤ ਵੀਰ ਇਹਨੂੰ ਲੋਹਾ ਪੜ ਜਾਂਦੇ ਹੈ। ਆਪਾਂ ਨੂੰ ਇਹ ਚੀਜ਼ ਸਮਝ ਆ ਗਈ ਹੈ, ਆਪਾਂ ਇਹ ਇਵੇਂ ਲੋ ਪੜ੍ਹਨਾ ਹੈ। ਉਸ ਤੋਂ ਬਾਅਦ ਹੈ ਸੁਣਿਆ ਪੋਹ ਨ ਸਕੈ ਕਾਲ। ਨਾਨਕ, ਇੱਥੇ ਲਿਖਿਆ ਭਗਤਾ। ਕੀ ਲਿਖਿਆ ਇੱਥੇ? ਜੇ ਜਿਵੇਂ ਲਿਖਿਆ ਉਵੇਂ ਪੜਾਂਗੇ ਤਾਂ ਕੀ ਅਰਥ ਨਿਕਲਦੇ ਹੈ? ਜਦੋਂ ਆਪਾਂ ਕਿਸੇ ਨੂੰ ਕਹਿੰਦੇ ਸੁਣਾ ਭਗਤਾ ਤੇਰਾ ਕੀ ਹਾਲ ਹੈ, ਕੀ ਅਰਥ ਨਿਕਲੇ? ਜਿਵੇਂ ਇਹ ਲਿਖਿਆ ਇੱਕ ਦੀ ਗੱਲ ਦੇ ਰਿਹਾ ਨਾ, ਪਰ ਇੱਥੇ ਇੱਕ ਗੱਲ ਨਹੀਂ ਹੋ ਰਹੀ। ਹਾਂ, ਬਹੁਵਚਨ ਹੋਣ ਦਾ ਕਰਕੇ ਆਪਾਂ ਇਹਦਾ ਉਚਾਰਨ ਕਰਾਂਗੇ। ਹਾਂ, ਆਪਾਂ ਇਹਨੂੰ ਬੋਲਾਂਗੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਚਲੋ ਹੁਣ ਆਪ ਜੀ ਮੇਰੇ ਮਗਰ ਮਗਰ ਉਚਾਰਨ ਕਰੋ ਇਹ ਪੌੜੀ ਨੂੰ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਾਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਪੜ੍ਹੋ ਇੱਕ ਮਿੰਟ, ਆਪਣੇ ਆਪ ਪੜ੍ਹੋ। ਕੋਈ ਚੀਜ਼ ਪੁੱਛਣੀ ਹੈ, ਮੈਥੋਂ ਦੱਸਣ ਦੇ ਵਿੱਚ ਕੋਈ ਰਹਿ ਜਾਂਦੀ ਹੈ ਜੇ ਕਿ ਆਪ ਨੂੰ ਸਮਝ ਨਾ ਆਈ ਹੋਵੇ, ਲੇਕਿਨ ਆਪ ਪੁੱਛਣਾ ਚਾਹੁੰਦੇ ਹੋ। ਜੇ ਪ੍ਰਮਾਤਮਾ ਦੇ ਨਾਮ ਨੂੰ ਬੜਾ ਧਿਆਨ ਦੇ ਨਾਲ ਸੁਣਦੇ ਆ, ਕਾਲ ਦਾ ਮਤਲਬ ਮੌਤ ਹੈ। ਮੌਤ ਆਉਣੀ ਤਾਂ ਕੀ ਹੈ, ਨੇੜੇ ਵੀ ਨਹੀਂ ਟੁੱਕਦੀ। ਹਾਂਜੀ,
हाँ हाँ ਉਹਦਾ ਮਤਲਬ ਹੁੰਦਾ ਹੈ ਵੀ ਨੇੜੇ ਵੀ ਨਹੀਂ ਢੁਕਦੀ, ਨੇੜੇ ਛੂੰਹਦੀ ਨਹੀਂ, ਇਹ ਸਾਰੇ ਮਤਲਬ। ਹੋਰ ਕਿਸੇ ਦਾ ਸਵਾਲ? ਓਕੇ, ਹੁਣ ਮੈਂ ਅਗਲੀ ਪੌੜੀ ਪੜ੍ਹਦਾ। ਸੁਣਿਆ ਈਸਰ ਨਹੀਂ ਸੁਣਿਆ ਈਸਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਧਿਆਨ ਦਿਓ, ਧਿਆਨ ਦਿਓ। ਜਦੋਂ ਤੁਹਾਨੂੰ ਰੈਸਟ ਦੀ ਜ਼ਰੂਰਤ ਹੈ, ਰਿਲੈਕਸ ਦੀ ਜ਼ਰੂਰਤ ਹੈ, ਮੈਨੂੰ ਦੱਸ ਦਿਓ, ਉਹਦਾ ਆਪਾਂ ਕਰ ਲਾਂਗੇ। ਲੇਕਿਨ ਜਿੰਨਾ ਚਿਰ ਧਿਆਨ ਦੇਣਾ, ਧਿਆਨ ਦੇਣਾ। ਉਸ ਤੋਂ ਬਾਅਦ ਇਹ ਪੌੜੀ ਦੇ ਵਿੱਚ ਆਪਾਂ ਜਿਹੜੀਆਂ ਚੀਜ਼ਾਂ ਸੁਣਿਆ, ਆਪਾਂ ਕਰ ਲਿਆ, ਪਤਾ ਲੱਗ ਗਿਆ ਕੀ ਹੁੰਦਾ। ਈਸ਼ਰ ਬ੍ਰਹਮਾ ਦਾ ਵੀ ਇੱਥੇ ਬ੍ਰਹਮਾ ਲਿਖਿਆ ਹੈ, ਇੱਥੇ ਵੀ ਉਹ ਦੇਵਤਿਆਂ ਦੇ ਅਰਥ ਦੇ ਵਿੱਚ ਆਇਆ। ਤੇ ਮੈਂ ਕੀ ਬੋਲਿਆ ਸੀਗਾ? ਬ੍ਰਹਮਾ। ਇੰਦ ਸੁਣਿਆ ਮੁਖ ਸਲਾਹਨ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ। ਸਿਮਰਤ ਕੀ ਹੈ? ਆਪਾਂ ਕੱਲ ਵੀ ਅੰਮ੍ਰਿਤ ਦਾ ਜਦੋਂ ਕੀਤੀ ਸੀ, ਕਿਉਂਕਿ ਇਹ ਮੰਮੇ ਦੇ ਪੈਰ ਦੇ ਵਿੱਚ ਜਿਹੜਾ ਲੱਗਿਆ ਹੋਇਆ ਰਾਰਾ ਹੈ, ਤੇ ਮੰਮੇ ਨੂੰ ਬਿਹਾਰੀ ਜਿਹੜੀ ਹੈਗੀ ਆ ਉਹ ਰਾਰੇ ਦੀ ਨਾਲ ਆਵਾਜ਼ ਕਰਕੇ ਸਿਮਰਤ। ਕੱਲ ਲਿਖਿਆ ਹੀ, ਆ ਗਿਆ ਸਮਝ? ਦੁਬਾਰਾ ਲਿਖਾਂ ਮੈਂ? ਹਾਂ, ਆਪਾਂ ਸਿਮਰਤ ਬੋਲਾਂਗੇ। ਇਸ ਨਿਯਮ ਦੀ ਵੀ ਜਿਵੇਂ ਐੜੇ ਆਖਰ ਦੇ ਵਿੱਚ ਐੜਾ ਨੁਕਤਾ ਹੈ, ਉਹ ਨਿਯਮ ਦੀ ਕਿਤੇ ਕੋਈ ਨਹੀਂ ਹੈ, ਕੋਈ ਫਰਕ ਨਹੀਂ ਹੈ। ਇਵੇਂ ਪੈਰ 'ਚ ਰਾਰੇ ਵਾਲੇ ਨਿਯਮ 'ਚ ਵੀ ਕੋਈ ਫਰਕ ਨਹੀਂ ਹੈ। ਇਹਦਾ ਆਪਾਂ ਹਰੇਕ ਥਾਂ ਤੇ ਇਵੇਂ ਹੀ ਉਚਾਰਨ ਕਰਨਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਜਿਵੇਂ ਉਹ ਸੰਬੰਧਕੀ ਸ਼ਬਦਾਂ ਦੇ ਵਿੱਚ ਮੈਂ ਗੱਲ ਕੀਤੀ ਸੀ, ਉਹਨਾਂ ਦੇ ਵਿੱਚ ਆਖਰੀ ਸ਼ਬਦ ਜਿਹੜੇ ਲਿਖੇ ਸੀ 5 ਹੁਣੇ ਮੈਂ ਮਿਟਾਏ ਆ, ਹੋਰ ਵੀ ਹੋਣਗੇ। ਉਹਨਾਂ ਦੇ ਅੱਖਰਾਂ ਦੇ ਵਿੱਚ ਲੱਗੀ ਹੋਈ ਜਿਹੜੀ ਹੈ ਸਿਆਰੀ ਹੈ, ਉਹ ਕੋਈ ਪ੍ਰੈਪੋਜੀਸ਼ਨ ਜਾਂ ਇਸ ਤਰ੍ਹਾਂ ਦੇ ਅਰਥ ਨਹੀਂ ਦਿੰਦੀ ਹੈ ਉਹਨਾਂ ਦੀ। ਇਵੇਂ ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਦੇ ਹੈ ਜਿਹੜੇ ਕਿ ਸੰਸਕ੍ਰਿਤ ਵਗੈਰਾ ਹੋਰ ਭਾਸ਼ਾ ਦੇ ਵਿੱਚੋਂ ਆਏ ਆ। ਤਾਂ ਉਹ ਆਪਾਂ ਵੇਖਾਂਗੇ, ਉਹਨਾਂ ਦੇ ਆਖਰ ਦੇ ਵਿੱਚ ਲੱਗੀ ਹੋਈ ਸਿਆਰੀ ਹੈ, ਉਹ ਉੱਥੇ ਕੋਈ ਸੰਬੰਧਕੀ ਜਾਂ ਪ੍ਰੈਪੋਜੀਸ਼ਨ ਜਾਂ ਇਸ ਤਰ੍ਹਾਂ ਦੇ ਕੋਈ ਅਰਥ ਨਹੀਂ ਦਿੰਦੀ ਹੈ। ਇਹ ਪੌੜੀ ਦੇ ਵਿੱਚ ਆਪਾਂ ਜੋ ਸ਼ਬਦ ਵੇਖਣੇ ਹੈ, ਹੁਣ ਮੈਂ ਸੰਬੰਧਕੀ ਦਾ ਤੁਹਾਨੂੰ ਦੱਸਤਾ ਸੀ, ਉਹ ਅੱਗੇ ਤੁਸੀਂ ਧਿਆਨ ਰੱਖਣਾ, ਉਹਦਾ ਅੱਗੇ ਧਿਆਨ ਰੱਖਣਾ। ਹੁਣ ਇਹ ਪੌੜੀ, ਇਸ ਪੌੜੀ ਦੇ ਵਿੱਚ ਇਹ 2 ਸ਼ਬਦ ਆਏ ਹੈ, ਜੁਗਤ, ਦੂਸਰਾ ਸਿਮਰਤ। ਪਿੱਛੇ ਆਪਾਂ ਪੜ੍ਹਿਆ ਸੀਗਾ ਧਰਤਾ, ਹੋਰ ਸਹਿਜ, ਕੀਰਤ, ਐਵੇਂ ਆਪਾਂ ਪੜ੍ਹਿਆ ਜਸ ਕੀਰਤ ਜਗ ਲਈ। ਹੁਣ ਮੈਨੂੰ ਦੱਸੋ, ਇਹਨਾਂ ਦੇ ਵਿੱਚ ਸਾਰਿਆਂ ਦੇ, ਇਹ ਸਾਰਿਆਂ ਸ਼ਬਦਾਂ ਦੇ ਵਿੱਚ ਕੀ ਕੀ 2 ਚੀਜ਼ਾਂ ਸਾਂਝੀਆਂ? 2 ਇਹਨਾਂ ਦੇ ਵਿੱਚ ਚੀਜ਼ਾਂ ਸਾਂਝੀਆਂ ਕਾਮਨ ਹੈ। ਦੱਸੋ ਕਿਹੜੀਆਂ 2 ਕਾਮਨ ਹੈ ਸਾਰਿਆਂ ਦੇ ਵਿੱਚ? ਹਾਂ, ਇੱਕ ਤਾਂ ਕਾਮਨ ਹੈ ਕਿ ਆਖਰੀ ਅੱਖਰ ਨੂੰ ਸਾਰਿਆਂ ਨੂੰ ਸਿਆਰੀ ਲੱਗੀ ਹੋਈ। ਸ਼ਾਬਾਸ਼, ਗੁੱਡ। ਦੂਸਰੀ ਕਾਮਨ ਚੀਜ਼ ਕੀ ਹੈ? ਹਾਂ, ਉਹਦੀ ਆਵਾਜ਼ ਨਹੀਂ ਆ ਰਹੀ ਹੈਗੀ। ਹਾਂ, ਹੋਰ ਕਾਮਨ ਚੀਜ਼ ਵੇਖੋ। ਸ਼ਾਬਾਸ਼, ਬਹੁਤ ਉਹ ਹੈਗੇ ਆ, ਆਪਾਂ ਕੋਈ ਗੱਲ ਨਹੀਂ। ਤੱਤਾ ਕੋਈ ਐ ਨਹੀਂ ਹੈ ਇੱਥੇ, ਤਾਂ ਜੱਜਾ ਵੀ ਆ ਗਿਆ ਜਾਂ ਹੋਰ ਵੀ ਕੁਛ ਆ ਗਿਆ। ਇਹ ਕਾਮਨ ਨਹੀਂ ਹੈ। ਹੋਰ ਥੋੜ੍ਹਾ ਜਿਹਾ ਖੁੱਲ੍ਹੇ ਜਿਹੇ ਦਿਮਾਗ ਨਾਲ। ਸਾਰੇ ਇਹ ਸ਼ਬਦ ਇਸਤਰੀ ਲਿੰਗ ਹੈ। ਨਹੀਂ, ਇਹ ਸ਼ਬਦ ਕੀਰਤੀ, ਜੁਗਤ, ਸਿਮਰਤ, ਧਰਤ,
सहज, सारे इस्त्रीलिंग शब्द और बहुत सारे इस तरह के इस्त्रीलिंग शब्दों के आप दर्शन करांगे। उन्हां च आखिरी लगे हुई जिहड़ी सियारी है वो कोई प्रैपोजिशन या होर अर्थ नहीं दिंदे, वो दूसरी हुण जो संस्कृति या हिंदी जो शब्द आए है वो आ स्पैलिंग ही होणगे। उन्हां दे विच सियारी बिहारी करके बोलती है हिंदी और संस्कृति का उन्हां दा ऐ है जिहड़ी लगी हुई सियारी है वो बिहारी नूं कन्वर्ट करके बोलते हैं। तो अर्थ उही है कीर्ति, जुगती, सिमरती, धरती, पर आपां इस दे विच इन्हां नूं उचारण नहीं करते हैं। इस तरह के शब्द गां तुसीं मैं आऊँ आप जी के ध्यान च लिया रहा है। जो आप पाठ करोगे सारिया चीज़ों का तो थोड़ा आपको पता होगा भी हाँ कई संबंध की शरबत के नाल आउंदी है, कित्थे है, जे एक दिन नाउन आ गया है तो वो सारिया चीज़ां हौली हौली आ जाएंगियां अपने ध्यान। तो जो ये सारिया चीज़ां अपने ध्यान च आ जांदियां हैगियां तो फिर जिहड़ा चीज़ में आप बोरीयत समझते हैं मुड़ के पता ही नहीं लगता है कि आप पाठ करदे करदे कितना समा हो गया है, फिर घड़ियां वेखण की जरूरत नहीं पैंदी क्योंकि मन इन्ना मतलब अर्थां दे विच ये सारिया चीज़ां नूं समझण दे विच इन्ना लीन हो जाता है। तो नहीं तो हुण मेरे अगे पाठ करना हुंदा तो 2 घंटे वेंदा रहिंदा है कर समझ करके पाठ करदा 2 घंटे 3 घंटे कदों निकल गए पता नहीं, और फिर हुंदा यार टाइम हो गया जाना है। ये तो आ चीज़ है ये और थोड़ा भी अभ्यास रहा है, साडा भी जिंदगी का अभ्यास रहा है भी जो भी पढ़ाई लिखाई करते थे तो जो नींद आउण लगदी सी उदों मैथेमैटिक्स नूं लै लैंदे सी असीं। जो नींद आउण लगदी सी याद यूद वाला पासा छड्ड दिंदे हुंदे सी भी हुण नींद आउणी, कुछ याद नहीं होना। तो जिहड़ी मैथ की प्रॉब्लम्स हैगी है उन्हां नूं लैके बह जांदे सी, फार्मूला लैके बह जांदे सी। तो तड़के 4 वज जांदे सीगे ते किते किते एक प्रॉब्लम ही सॉल्व नहीं हुंदी सीगी ते उवें दा दिनचर्या शुरू हो जाता सी। आप जी भी इवें करदे हुंदे। ये सारिया चीज़ां दे जदों आपां नुक्ते आ गए ना, जिहड़ी गुरबाणी जिहड़ी व्याकरण किसी स्टेज ते बोरीयत महसूस होंदी है, फालतू इन्नी रोचक बन जाती है कि फिर होर 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 जानकारी होर होर समझ की जिहड़ी है वो आपां नूं चेटक लग जाती है। ये हो गया ਇਹਦਾ पौड़ी का तुसीं अभ्यास अपने आप कर लिया है, करो हाँ हाँ जी हाँ ईश्वर ईश्वर देवते दे आया है, ये भी सस्से दे पैर में बिंदी ला के बोलांगे। नहीं ब्रह्मा देवता 3 देवते उन्होंने मेन हिंदू धर्म के, पहला तो है ब्रह्मा, दूसरा विष्णु, तीसरा शिव जी, ये उन्होंने मेन देवते 3। बाकी वो विष्णु के अवतार है, इंद्र देवता लगता है। ये ਜਿਹੜੇ ਉਹਨਾਂ ਦੇ ਧਰਮ ਦੇ ਵਿੱਚ 3 ਦੇਵਤੇ ਮੰਨੇ ਗਏ ਹੈ, ਉਹਨਾਂ ਦੇ ਧਰਮ ਦੀ ਇਸ ਤਰ੍ਹਾਂ ਦੀ ਮਾਨਤਾ ਹੈ ਕਿ ਸਾਰੀ ਸ੍ਰਿਸ਼ਟੀ ਨੂੰ ਪੈਦਾ ਜਿਹੜਾ ਕਰਨ ਵਾਲਾ ਹੈ ਉਹ ਡਿਊਟੀ ਹੈ ਬ੍ਰਹਮਾ ਦੀ, ਔਰ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪਾਲਦਾ ਹੈ ਉਹ ਡਿਊਟੀ ਹੈ ਵਿਸ਼ਨੂੰ ਦੀ, ਔਰ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਮਾਰਦਾ ਹੈ ਲੈ ਕਰਦਾ ਹੈ ਉਹ ਹੈ ਸ਼ਿਵ ਜੀ। ਐਂ ਕਰਕੇ ਉਹਨਾਂ ਦੀ ਮਾਨਤਾ ਹੈ। ਪਰ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਸਾਰੀਆਂ ਚੀਜ਼ਾਂ ਦੇ ਅੱਗੇ ਇੱਕ ਲਾ ਦਿੱਤਾ। और वही बार बार आप दर्ज कर रहे हैं गुरा एक दे बजाई सबना जियां एक दाता। ठीक है गुरु साहिबान कहते ब्रह्मा जी भी हो सकते हैं, साडा उहदे नाल कोई इस तरह का नहीं है। शिव जी भी हो सकते हैं, वो है अपने होर भी देवते हो सकते हैं, पर सारियां दा जिहड़ा स्रोत है भाषा और यही सारियां नूं पैदा करती है, यही सारियां नूं पालना करती है, यही सारियां नूं लै करती है। ठीक पढ़ लिया है तुसीं? पढ़ लिया है तो अपनियां इहदियां सुणियां दियां 2 पौड़ियां हो गईयां हैं। आपां एक पौड़ी होर पढ़ के समाप्ति करते हैं। चलो हाँ 2 पौड़ियां रहिंदियां, दोने मैं पढ़ के दोनों का मैं अर्थ करके खत्म करना। ठीक, हुण 2 पौड़ियां मैं लगातार पढ़ूंगा।
सुनया सत संतोख ज्ञान, सुनया 68 का इशनान, सुनया पढ़ पढ़ पावहें मान, सुनया लागै सहज ध्यान, नानक भगतां सदा विगास, सुनया दुख पाप का नाश, सुनया सरा गुणा के गाह, सुनया शेख पीर पातशाह, सुनया अंधे पावहें राह, सुनया हाथ होवे असगाह, नानक भगतां सदा विगास, सुनया दुख पाप का नाश। इन्हां दोनों पौड़ियां 'च आपां ध्यान देने वाली चीज़ है। सुनया सत संतोख ज्ञान, सुनया 68 का इशनान। 68 क्योंकि हिंदू धर्म दे विच हैगे आ 68 तीर्थ बने गए, उन्हां 'च है 68 तीर्थां दे इशनान कर लो तो मुक्ति हो जाती है। 8 + 60 68 हो गई, मतलब है 68। उन्होंने शब्द इस चीज़ नूं शब्द हाँ जी 68 का मतलब की है टोटल 68, टोटल जोड़े है 68 है। मतलब हुण इत्थे देखो जिहड़ा 60 लिखा है की स्पैलिंग है, ठट्ठे नूं सियारी है, उहदे मैं कहा गिणतीवाचक आउंदा है सियारी होगी, 5 होगा गिणतीवाचक सियारी हो, बिना सियारी तो भी है जिसका मतलब 5 आउंदा, लेकिन ज़्यादातर अगर सियारी नहीं है बिना सियारी तो भी आउंदा है, ये भी आउंदा है 60। पर हुण देखो सियारी इत्थे इनू भी आपां 60 ही बोलिया है, इतों भी आपां 60 बोलांगे। पर मैं आप जी के ध्यान से चीज़ लिया है जो भी ठट्ठे नूं सियारी लगी आखिरी नूं ते अपना पहला जिहड़ा है दिमाग जाना चाहिए ये गिणतीवाचक है। आ हुण नहीं है तो 60 का मतलब होंदा मूर्ख, आउंदा शब्द 60 मूर्ख बेवकूफ भटकिया होया, वो जो अर्थां जाऊ उदों आपां आस पास नूं वेखांगे, गुरबाणी दर्शन करांगे। इउं करके छोटे छोटे नुकतिਆਂ ਦਾ ਆਪਾਂ ਨੂੰ पता होना चाहिए। 8-60 का हुक्म मैं कर लिया। इशनान सस्से के पैर के बिंदी ला के आप उच्चारण करांगे। सुनिया पढ़ 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 जो आउंदा है पढ़न लिखण की अर्थां दे विच आउंदा है, उदों आपां हेठां अद्धा हाहा लाउणा, पढ़ पढ़ डाड़े नूं भारा करके बोलना, जिवें कि इत्थे आया है ये पढ़ाई लिखाई के अर्थां दे विच आया है, तो आपां बोलांगे पढ़ पढ़। पावहें बहुवचन है, मैं पावहे ना बोल के की बोलिया है पावहें मान। सुनिया लागे सहज ध्यान, नानक भगतां सदा विगास, सुनिया दुख पाप का नाश। सुनिया सरा गुणा, सरा का मतलब सरोवर बहुवचन हो गया, तो मैं की पढ़िया सरा। गुण भी एक नहीं गा, ज्यादा गुण है, मैं की पढ़िया गुणा। सुनिया सरा गुणा के गाह। सुनिया शेख अरबी भाषा है, पीर पातशाह ठीक है। सुनिया शेख पीर पातशाह। सुनिया अंधे पावहें बहुवचन हो गया, मैं बोलिया पावहें। राहा, राहा दे मैं 3 स्पैलिंग दसे ही, एक इत्थे आप राहा कहना, राहू नहीं पढ़ना है। उस तो बाद सुनिया हाथ होवे असगाहा, असगाहो नहीं पढ़ना है, आप असगाहा पढ़ना है। नानक भगतां सदा विगास, सुनिया दुख पाप का नाश। हुण दोनों पौड़ियां आप जी मेरे मगर उच्चारण करो, फिर आप क्लास की समाप्ति करते हैं। सुनिया सत संतोख ज्ञान, सुनिया 8-60 का इशनान, सुनिया पढ़ पढ़ पावहें मान, सुनिया लागै सहज ध्यान, नानक भगतां सदा विगास, सुनिया दुख पाप का नाश, सुनिया सरा गुणा के गाह, सुनिया
शेख पीर पातशाह सुनिया अंधे पावहें राह सुनिया हाथ होवे असगाह नानक भगतां सदा विगास सुनिया दुख पाप का नास। दोनों पौड़ियों का अभ्यास कर लो। किसी ने कोई क्वेश्चन पूछना है तो पूछो। फिर सारे वीरों के चरणों के बेनती है कि ये जो वीडियो है, ये जो संख्या की पूरी पौड़ियां की संख्या की गई है, इनू शुरू तो लैके आखिर तक बड़े ध्यान के नाल इनू सुनना है, सुन के उन्होंने विचारना है। अगर पसंद आती है तो लाइक करना है, लाइक करके आप शेयर करना नहीं भूलना है। वाहिगुरू जी का खालसा, वाहिगुरू जी की फतेह।